हाँ जी बेटा, ਆਪਾਂ ਡਾਇਬਟੀਜ਼ ਕਰਦੇ ਸੀ। ਸਾਡੀ ਬੋਡੀ ਵਿੱਚ ਮਿਲੀਅਨ ਸੈਲਸ ਤੋਂ ਬਣੀ ਹੈ। ਐਨਰਜੀ ਬਣਾਉਣ ਲਈ ਸੈਲਸ ਨੂੰ ਫੂਡ ਦੀ ਬਹੁਤ ਸਿੰਪਲ ਫਾਰਮ ਵਿੱਚ ਨੀਡ ਹੁੰਦੀ ਹੈ। ਜਦੋਂ ਅਸੀਂ ਖਾਂਦੇ ਹਾਂ ਜਾਂ ਪੀਂਦੇ ਹਾਂ ਤਾਂ ਸਾਡਾ ਬਹੁਤ ਸਾਰਾ ਫੂਡ ਇੱਕ ਸਿੰਪਲ ਵਿੱਚ ਵੰਡਿਆ ਜਾਂਦਾ ਹੈ, ਜਿਸ ਨੂੰ ਗਲੂਕੋਜ਼ ਕਿਹਾ ਜਾਂਦਾ ਹੈ। ਗਲੂਕੋਜ਼ ਸਾਡੀ ਬੋਡੀ ਨੂੰ ਐਨਰਜੀ ਪ੍ਰੋਵਾਈਡ ਕਰਦਾ ਹੈ, ਜੋ ਸਾਡੀ ਬੋਡੀ ਨੂੰ ਡੇਲੀ ਐਕਟੀਵਿਟੀ ਲਈ ਨੀਡ ਹੁੰਦੀ ਹੈ। ਬਲੱਡ ਵੈਸਲਸ ਐਂਡ ਬਲੱਡ ਸ਼ੂਗਰ, ਜਿੱਥੋਂ ਇਹ ਜਾਂ ਸੈਲਸ ਵਿੱਚ ਯੂਜ਼ ਕੀਤੀ ਜਾਂਦੀ ਹੈ ਜਾਂ ਜਿੱਥੇ ਇਹ ਫੈਟ ਹੁੰਦੀ ਹੈ, ਉੱਥੇ ਸ਼ੂਗਰ ਆਪਣੇ ਆਪ ਸੈਲਸ ਵਿੱਚ ਨਹੀਂ ਜਾ ਸਕਦੀ। ਪੈਨਕ੍ਰੀਆਸ ਬਲੱਡ ਵਿੱਚ ਇਨਸੂਲਿਨ ਰਿਲੀਜ਼ ਕਰਦਾ ਹੈ, ਜੋ ਹੈਲਪਰ ਵਜੋਂ ਸਰਵ ਕਰਦਾ ਹੈ, ਜਾਂ ਕੀ ਜੋ ਸ਼ੂਗਰ ਨੂੰ ਸੈਲਸ ਵਿੱਚ ਐਨਰਜੀ ਲਈ ਯੂਜ਼ਡ ਕਰਦਾ ਹੈ। ਜਦੋਂ ਸ਼ੂਗਰ ਬਲੱਡ ਸਟਰੀਮ ਛੱਡ ਕੇ ਸੈਲਸ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਬਲੱਡ ਸ਼ੂਗਰ ਦਾ ਲੈਵਲ ਘੱਟ ਜਾਂਦਾ ਹੈ। ਇਨਸੂਲਿਨ ਦੇ ਬਿਨਾਂ ਸ਼ੂਗਰ ਬੋਡੀ ਸੈਲਸ ਵਿੱਚ ਐਨਰਜੀ ਦੇ ਤੌਰ 'ਤੇ ਯੂਜ਼ ਨਹੀਂ ਕੀਤਾ ਜਾ ਸਕਦਾ। ਇਸ ਨਾਲ ਸ਼ੂਗਰ ਰੇਜ਼ ਹੁੰਦੀ ਹੈ। ਬਲੱਡ ਵਿੱਚ ਬਹੁਤ ਜ਼ਿਆਦਾ ਸ਼ੂਗਰ ਨੂੰ ਹਾਈਪੋਗਲਾਈਸੇਮੀਆ ਕਿਹਾ ਜਾਂਦਾ ਹੈ। ਡਾਇਬਟੀਜ਼ ਕੈਨ ਬੀ ਕਲਾਸੀਫਾਈਡ ਇਨਟੂ ਫੋਲੋਇੰਗ ਟਾਈਪਸ। ਟਾਈਪ 1, ਜਿੱਥੇ ਇਨਸੂਲਿਨ ਦੀ ਕੋਈ ਪ੍ਰੋਡਕਸ਼ਨ ਨਹੀਂ ਹੁੰਦੀ, ਅਤੇ ਟਾਈਪ 2, ਜਿੱਥੇ ਪੈਨਕ੍ਰੀਆਸ ਇਨਫ ਇਨਸੂਲਿਨ ਪ੍ਰੋਡਿਊਸ ਕਰਦਾ ਤਾਂ ਹੈ ਪਰ ਥੋੜ੍ਹੀ ਕਰਦਾ ਹੈ। ਨੰਬਰ 3, ਗੈਸਟੇਸ਼ਨਲ ਡਾਇਬਟੀਜ਼, ਜੋ ਪ੍ਰੈਗਨੈਂਸੀ ਦੌਰਾਨ ਹੁੰਦੀ ਹੈ ਪਰ ਬੋਡੀ ਦੇ ਡਿਲੀਵਰੀ ਤੋਂ ਬਾਅਦ ਰਿਜ਼ੋਲਵ ਹੋ ਜਾਂਦੀ ਹੈ। ਡਾਇਬਟੀਜ਼ 3 ਹੁੰਦੀ ਹੈ ਪਰ ਜਦੋਂ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ ਉਸ ਟਾਈਮ ਆ ਸਕਦੀ ਹੈ, ਗੈਸਟੇਸ਼ਨਲ ਕਹਿੰਦੇ ਆ ਉਹਨੂੰ। ਹੁਣ ਇਹਦੇ ਸਿੰਪਟਮਸ ਆ ਗਏ ਬੇਟਾ। ਪੋਲੀਰੀਆ, ਐਕਸੈਸਿਵ ਯੂਰੀਨੇਸ਼ਨ। ਨੈਕਸਟ ਹੈਗਾ ਜੀ ਪੋਲੀਡਿਪਸੀਆ, ਐਕਸੈਸਿਵ ਥਿਰਸਟ। dehydration due to excessive urinary output. Polyphagia, increase appetite. Loss of body weight, decrease resistance. आगे जी cause of type 1 डायबिटीज़। इस टाइप ਵਿੱਚ ਸਾਡਾ ਇਮਿਊਨ ਸਿਸਟਮ ਜੋ ਨਾਰਮਲੀ ਹਾਰਮਫੁਲ ਬੈਕਟੀਰੀਆ ਔਰ ਵਾਇਰਸ ਨਾਲ ਫਾਈਟ ਕਰਦਾ ਹੈ, ਪੈਨਕ੍ਰੀਆਸ ਵਿੱਚ ਸਾਡੀ ਇਨਸੂਲਿਨ ਪ੍ਰੋਡਿਊਸਿੰਗ ਸੈਲਸ 'ਤੇ ਅਟੈਕ ਕਰਦਾ ਹੈ ਅਤੇ ਡਿਸਟਰੋਏ ਕਰ ਦਿੰਦਾ ਹੈ। ਇਹ ਸਾਨੂੰ ਬਹੁਤ ਘੱਟ ਜਾਂ ਕੋਈ ਇਨਸੂਲਿਨ ਨਹੀਂ ਛੱਡਦਾ। ਸਾਡੇ ਸੈਲਸ ਵਿੱਚ ਲਿਜਾਣ ਦੀ ਬਜਾਏ ਸ਼ੂਗਰ ਸਾਡੇ ਬਲੱਡ ਸਟਰੀਮ ਵਿੱਚ ਬਿਲਡਅਪ ਹੋ ਜਾਂਦੀ ਹੈ। ਕਾਜ਼ ਆਫ ਪ੍ਰੀ ਡਾਇਬਟੀਜ਼ ਐਂਡ ਟਾਈਪ 2 ਡਾਇਬਟੀਜ਼। ਪ੍ਰੀ ਡਾਇਬਟੀਜ਼ ਐਂਡ ਟਾਈਪ 2 ਡਾਇਬਟੀਜ਼ ਵਿੱਚ ਸਾਡੇ ਸੈਲਸ ਇਨਸੂਲਿਨ ਦੀ ਐਕਸ਼ਨ ਪ੍ਰਤੀ ਰੈਸਿਸਟੈਂਸ ਕਰਦਾ ਹੈ ਅਤੇ ਸਾਡੇ ਪੈਨਕ੍ਰੀਆਸ ਵਿੱਚ ਰੈਸਿਸਟੈਂਸ ਨੂੰ ਦੂਰ ਕਰਨ ਲਈ ਇਨਸੂਲਿਨ ਬਣਾਉਣ ਵਿੱਚ ਯੋਗ ਨਹੀਂ ਹੁੰਦਾ। ਸਾਡੇ ਸੈਲਸ ਵਿੱਚ ਜਾਣ ਦੀ ਬਜਾਏ ਜਿੱਥੇ ਐਨਰਜੀ ਦੀ ਜ਼ਰੂਰਤ ਹੁੰਦੀ ਹੈ, ਸ਼ੂਗਰ ਸਾਡੇ ਬਲੱਡ ਸਟਰੀਮ ਵਿੱਚ ਬਿਲਡਅਪ ਹੁੰਦੀ ਹੈ। ਅੱਗੇ ਆ ਗਿਆ ਜੀ ਗੈਸਟੇਸ਼ਨਲ ਡਾਇਬਟੀਜ਼ ਦੇ ਕਾਜ਼। ਪ੍ਰੈਗਨੈਂਸੀ ਦੇ ਦੌਰਾਨ ਪੈਲੇਸੈਟਾ ਪ੍ਰੈਗਨੈਂਸੀ ਨੂੰ ਕਾਇਮ ਰੱਖਣ ਲਈ ਹਾਰਮੋਨਸ ਪ੍ਰੋਡਿਊਸ ਕਰਦਾ ਹੈ। ਇਹ ਹਾਰਮੋਨਸ ਸੈਲਸ ਨੂੰ ਇਨਸੂਲਿਨ ਪ੍ਰਤੀ ਵਧੇਰੇ ਰੈਸਿਸਟੈਂਸ ਬਣਾਉਂਦੇ ਹਨ। ਪੈਨਕ੍ਰੀਆਸ ਇਸ ਰੈਸਿਸਟੈਂਸ ਨੂੰ ਦੂਰ ਕਰਨ ਲਈ ਇਨਫ ਐਕਸਟਰਾ ਇਨਸੂਲਿਨ ਪ੍ਰੋਡਿਊਸ ਕਰਕੇ ਰੈਸਿਸਟੈਂਸ ਕਰਦਾ ਹੈ, ਪਰ ਕਈ ਵਾਰ ਪੈਨਕ੍ਰੀਆਸ ਬਰਕਰਾਰ ਨਹੀਂ ਰਹਿ ਸਕਦਾ। ਜਦੋਂ ਇਹ ਹੁੰਦਾ ਹੈ ਤਾਂ ਬਹੁਤ ਘੱਟ ਗਲੂਕੋਜ਼ ਸੈੱਲ ਵਿੱਚ ਜਾਂਦਾ ਹੈ ਅਤੇ ਬਲੱਡ ਵਿੱਚ ਬਹੁਤ ਜ਼ਿਆਦਾ ਰਹਿੰਦਾ ਹੈ। ਰਿਜ਼ਲਟ ਵਜੋਂ ਗੈਸਟੇਸ਼ਨਲ ਡਾਇਬਟੀਜ਼ ਹੁੰਦਾ ਹੈ। ਨੈਕਸਟ ਆ ਗਿਆ ਬੇਟਾ ਜੀ ਰਿਸਕ ਫੈਕਟਰ ਆਫ ਟਾਈਪ 1 ਡਾਇਬਟੀਜ਼। ਪਹਿਲਾ ਹੈਗਾ ਜੀ ਫੈਮਿਲੀ ਹਿਸਟਰੀ। ਜੇ ਪੇਰੈਂਟਸ ਔਰ ਸਿਬਲਿੰਗ ਮਤਲਬ ਕਿ ਤੁਹਾਡੇ ਮਾਂ ਪਿਓ ਨੂੰ ਜਾਂ ਭੈਣ ਭਰਾ ਨੂੰ ਇਸ ਟਾਈਪ ਦੀ ਡਾਇਬਟੀਜ਼ ਹੈ ਤਾਂ ਰਿਸਕ ਇਨਕਰੀਜ਼ ਹੋ ਜਾਂਦਾ ਹੈ। ਅੱਛਾ ਜੀ, ਰਿਸਕ ਫੈਕਟਰ ਆਫ ਟਾਈਪ 1 ਡਾਇਬਟੀਜ਼ ਦਾ ਸੈਕਿੰਡ ਹੈਗਾ ਜੀ ਇਨਵਾਇਰਮੈਂਟਲ ਫੈਕਟਰ। ਵਾਇਰਲ ਇਲਨੈਸ ਦੇ ਐਕਸਪੋਜ਼ਰ ਵਰਗੇ ਸਰਕਮਸਟਾਂਸਿਸ ਟਾਈਪ 1 ਡਾਇਬਟੀਜ਼ ਵਿੱਚ ਰੋਲ ਪਲੇ ਕਰਦੇ ਹਨ। ਥਰਡ, ਦ ਪ੍ਰੈਜ਼ੈਂਸ ਆਫ ਡੈਮੇਜਿੰਗ ਇਮਿਊਨ ਸਿਸਟਮ ਸੈਲਸ। ਕਈ ਵਾਰ ਟਾਈਪ 1 ਡਾਇਬਟੀਜ਼ ਵਾਲੇ ਲੋਕਾਂ ਦੇ ਫੈਮਿਲੀ ਮੈਂਬਰ ਦੀ ਡਾਇਬਟੀਜ਼ ਦੀ ਆਟੋ ਐਂਟੀਬਾਡੀਜ਼ ਦੀ ਪ੍ਰੈਜ਼ੈਂਸ ਲਈ ਟੈਸਟਡ ਕੀਤੀ ਜਾਂਦੀ ਹੈ। ਜੋ ਤੁਹਾਡੇ ਕੋਲ ਇਹ ਆਟੋ ਐਂਟੀਬਾਡੀਜ਼ ਹਨ ਤਾਂ ਤੁਹਾਨੂੰ ਟਾਈਪ 1 ਡਾਇਬਟੀਜ਼ ਹੋਣ ਦਾ ਵੱਧ ਰਿਸਕ ਹੁੰਦਾ ਹੈ। ਨੰਬਰ 4, ਜਿਓਗ੍ਰਾਫੀ। ਕੁਝ ਕੰਟਰੀਜ਼ ਜਿਵੇਂ ਫਿਨਲੈਂਡ, ਸਵੀਡਨ ਵਿੱਚ ਟਾਈਪ 1 ਡਾਇਬਟੀਜ਼ ਦੀ ਹਾਇਰ ਰੇਟ ਹੈ। ਰਿਸਕ ਫੈਕਟਰ ਆਫ ਪ੍ਰੀ ਡਾਇਬਟੀਜ਼ ਐਂਡ ਟਾਈਪ 2 ਡਾਇਬਟੀਜ਼। ਪਹਿਲਾ ਹੈਗਾ ਜੀ ਵੇਟ। ਤੁਹਾਡੇ ਕੋਲ ਜਿੰਨਾ ਜ਼ਿਆਦਾ ਫੈਟੀ ਟਿਸ਼ੂਜ਼ ਹੁੰਦੇ ਹਨ
ਤੁਹਾਡੇ ਸੈਲਸ ਇਨਸੂਲਿਨ ਪ੍ਰਤੀ ਮੋਰ ਰੈਸਿਸਟੈਂਟ ਹੁੰਦੇ ਹਨ। ਨੰਬਰ 2 ਇਨਐਕਟੀਵਿਟੀ, ਤੁਸੀਂ ਜਿੰਨੇ ਵੀ ਲੈਸ ਐਕਟਿਵ ਹੁੰਦੇ ਹੋ ਤੁਹਾਡਾ ਰਿਸਕ ਓਨਾ ਜ਼ਿਆਦਾ ਹੁੰਦਾ ਹੈ। ਫਿਜ਼ੀਕਲ ਐਕਟੀਵਿਟੀ ਤੁਹਾਨੂੰ ਤੁਹਾਡੇ ਵੇਟ ਨੂੰ ਕੰਟਰੋਲ ਕਰਦੀ ਹੈ, ਗਲੂਕੋਜ਼ ਨੂੰ ਐਨਰਜੀ ਦੇ ਰੂਪ ਵਿੱਚ ਯੂਜ਼ ਕਰਦੀ ਹੈ ਅਤੇ ਤੁਹਾਡੇ ਸੈਲਸ ਨੂੰ ਇਨਸੂਲਿਨ ਪ੍ਰਤੀ ਵਧੇਰੇ ਸੈਂਸਿਟਿਵ ਬਣਾਉਂਦੀ ਹੈ। ਨੰਬਰ 3 ਫੈਮਿਲੀ ਹਿਸਟਰੀ, ਜੇ ਤੁਹਾਡੇ ਪੇਰੈਂਟਸ ਔਰ ਸਿਬਲਿੰਗ ਨੂੰ ਟਾਈਪ 2 ਡਾਇਬਟੀਜ਼ ਹੁੰਦੀ ਹੈ ਤਾਂ ਤੁਹਾਡਾ ਰਿਸਕ ਵੱਧ ਜਾਂਦਾ ਹੈ। ਨੰਬਰ 4 ਏਜ, ਵੱਡੇ ਹੋਣ 'ਤੇ ਰਿਸਕ ਇਨਕਰੀਜ਼ ਹੋ ਜਾਂਦਾ ਹੈ। ਨੈਕਸਟ ਹੈਗਾ ਜੀ ਰਿਸਕ ਫੈਕਟਰ ਆਫ ਗੈਸਟੇਸ਼ਨਲ ਡਾਇਬਟੀਜ਼। ਗੈਸਟੇਸ਼ਨਲ ਡਾਇਬਟੀਜ਼ ਕਿਸੇ ਵੀ ਪ੍ਰੈਗਨੈਂਟ ਵੂਮਨ ਵਿੱਚ ਡਿਵੈਲਪ ਹੋ ਸਕਦੀ ਹੈ, ਪਰ ਕੁਝ ਵੂਮਨਸ ਦੂਜਿਆਂ ਨਾਲੋਂ ਵਧੇਰੇ ਰਿਸਕ ਵਿੱਚ ਹੁੰਦੀਆਂ ਹਨ। ਨੰਬਰ 1 ਏਜ, 25 ਈਅਰ ਤੋਂ ਉੱਪਰ ਏਜ ਦੀਆਂ ਵੂਮਨਸ ਨੂੰ ਰਿਸਕ ਵੱਧ ਜਾਂਦਾ ਹੈ। ਨੰਬਰ 2 ਫੈਮਿਲੀ ਔਰ ਪਰਸਨਲ ਹਿਸਟਰੀ, ਤੁਹਾਡਾ ਰਿਸਕ ਵੱਧ ਜਾਂਦਾ ਹੈ ਜੇ ਤੁਹਾਨੂੰ ਪ੍ਰੀ ਡਾਇਬਟੀਜ਼ ਹੈ। ਟਾਈਪ 2 ਡਾਇਬਟੀਜ਼ ਦਾ ਪ੍ਰੀਕੋਜ਼ਰ ਔਰ ਜੇ ਕਿਸੇ ਕਲੋਜ਼ ਫੈਮਿਲੀ ਮੈਂਬਰ ਜਿਵੇਂ ਪੇਰੈਂਟਸ ਔਰ ਸਿਬਲਿੰਗ ਨੂੰ ਟਾਈਪ 2 ਡਾਇਬਟੀਜ਼ ਹੈ ਤਾਂ ਤੁਹਾਨੂੰ ਵੀ ਵਧੇਰੇ ਰਿਸਕ ਹੁੰਦਾ ਹੈ। ਜੇ ਤੁਸੀਂ ਪ੍ਰੀਵੀਅਸ ਪ੍ਰੈਗਨੈਂਸੀ ਦੌਰਾਨ ਗੈਸਟੇਸ਼ਨਲ ਡਾਇਬਟੀਜ਼ ਸੀ, ਜੇ ਤੁਸੀਂ ਵੈਰੀ ਲਾਰਜ ਬਾਡੀ ਡਿਲੀਵਰਡ ਕੀਤੀ ਹੈ ਜਾਂ ਜੇ ਤੁਹਾਨੂੰ ਕੋਈ ਅਨਐਕਸਪਲੇਨਡ ਸਟਿਲ ਬਰਥ ਹੋਇਆ ਹੈ। ਨੰਬਰ 3 ਵੇਟ, ਪ੍ਰੈਗਨੈਂਸੀ ਤੋਂ ਪਹਿਲਾਂ ਓਵਰਵੇਟ ਹੋਣਾ ਤੁਹਾਡੇ ਰਿਸਕ ਨੂੰ ਇਨਕਰੀਜ਼ ਕਰਦਾ ਹੈ। ਨੈਕਸਟ ਆ ਗਿਆ ਜੀ ਬੇਟਾ ਡਾਇਟਰੀ ਮੈਨੇਜਮੈਂਟ। ਇਸ ਡਿਜ਼ੀਜ਼ ਦੀ ਗੰਭੀਰਤਾ ਐਕਟੀਵਿਟੀ ਐਂਡ ਮੈਟਾਬੋਲਿਕ ਨੀਡਸ ਦੇ ਅਕੋਰਡਿੰਗ ਬਦਲਦੀ ਹੈ। ਸਾਰੇ ਡਾਇਬਟਿਕ ਲਈ ਕੁਝ ਜਨਰਲ ਪ੍ਰਿੰਸੀਪਲਸ ਹਨ। ਪਹਿਲਾ ਹੈਗਾ ਜੀ ਡਾਇਬਟੀਜ਼ ਦੀ ਡਾਈਟ ਇੱਕ ਹੈਲਦੀ ਡਾਈਟਿੰਗ ਪਲਾਨ ਹੈ ਜੋ ਨੈਚੁਰਲੀ ਤੌਰ 'ਤੇ ਨਿਊਟ੍ਰੀਐਂਟ ਨਾਲ ਰਿਚ ਹੁੰਦੀ ਹੈ ਅਤੇ ਫੈਟ ਐਂਡ ਕੈਲਰੀਜ਼ ਲੋ ਹੁੰਦੀ ਹੈ। ਕੀ ਐਲੀਮੈਂਟਸ ਫਰੂਟਸ, ਵੈਜੀਟੇਬਲਸ ਐਂਡ ਹੋਲ ਗ੍ਰੇਨਸ ਹਨ। ਨੈਕਸਟ ਪੁਆਇੰਟ ਹੈਗਾ ਜੀ ਡਾਈਟ ਵਿੱਚ ਹਾਈ ਫਾਈਬਰ ਬਲੱਡ ਗਲੂਕੋਜ਼ ਵਿੱਚ ਬਹੁਤ ਐਕਸੈਸਿਵ ਰਾਈਜ਼ ਰੋਕਣ ਨਾਲ ਡਾਇਬਟੀਜ਼ ਨੂੰ ਕਾਬੂ ਰੱਖਣ ਵਿੱਚ ਹੈਲਪ ਕਰਦੇ ਹਨ। ਇਹ ਬਲੱਡ ਕੋਲੇਸਟ੍ਰੋਲ ਐਂਡ ਟ੍ਰਾਈਗਲਾਈਸਰਾਈਡ ਐਂਡ ਰਿਡਿਊਸਿੰਗ ਵੇਟ ਨੂੰ ਡਿਕਰੀਜ਼ ਕਰਨ ਵਿੱਚ ਹੈਲਪ ਕਰਦਾ ਹੈ। ਨੈਕਸਟ ਪੁਆਇੰਟ ਹੈਗਾ ਜੀ ਫੂਡ ਅਲਾਉਡ ਲਿਬਰਲੀ, ਗ੍ਰੀਨ ਲੀਫੀ ਵੈਜੀਟੇਬਲਸ, ਸਮ ਫਰੂਟਸ, ਕਲੀਅਰ ਸੂਪਸ ਐਂਡ ਲੈਮਨ ਵਾਟਰ। ਅੱਗੇ ਆ ਗਿਆ ਜੀ ਯੋਗਿਕ ਮੈਨੇਜਮੈਂਟ। ਪਹਿਲੇ 'ਚ ਹੈਗਾ ਜੀ ਕਿਰਿਆਸ, ਕੁੰਜਲ, ਵਾਸਤੂਰੋਤੀ, ਕਪਾਲਭਾਤੀ, ਅਗਨੀਸਰ ਐਂਡ ਨੋਲੀ, ਸੂਰਿਆ ਨਮਸਕਾਰ ਐਂਡ ਯੋਗਿਕ ਸੂਖਸ਼ਮਾ ਵਯਮਾ ਆਸਨ ਦੇ ਸਿਲੈਕਟਡ ਪ੍ਰੈਕਟਿਸ ਨਾਲ। ਸੈਕਿੰਡ ਹੈਗਾ ਜੀ ਆਸਨਸ, ਭੁਜੰਗ ਆਸਨ, ਪਸ਼ਚਿਮੋਤਨ ਆਸਨ, ਪਵਨ ਮੁਕਤ ਆਸਨ, ਅਰਧ ਮਸਤੇਂਦਰ ਆਸਨ। ਪ੍ਰਾਣਾਯਾਮ, ਨਾਦੀ ਸੋਧੀ, ਸੁਰਾਭੇਦਨਾ, ਭਾਸਤ੍ਰਿਕਾ ਐਂਡ ਭਰਾਮਾਰੀ, ਇਹ ਸਾਰਾ ਕੁਛ ਇਹਦੇ ਵਿੱਚ ਆ ਸਕਦਾ ਹੈ ਜੀ। ਹਾਂਜੀ ਬੇਟਾ ਨੈਕਸਟ ਆ ਗਿਆ ਜੀ ਅਸਥਮਾ। ਅਸਥਮਾ ਲੰਗਸ ਦੀ ਇੱਕ ਕਾਮਨ ਕੰਡੀਸ਼ਨ ਹੈ ਜੋ ਕਦੇ ਵੀ ਬਰੀਥਿੰਗ ਵਿੱਚ ਡਿਫਿਕਲਟੀ ਦਾ ਕਾਜ਼ ਬਣਦੀ ਹੈ। ਅਸਥਮਾ ਬਰੀਥਿੰਗ ਦੀਆਂ ਟਿਊਬਸ ਦੀ ਸਵੈਲਿੰਗ ਕਾਰਨ ਹੁੰਦੀ ਹੈ ਜਿਹੜੀ ਲੰਗਸ ਵਿੱਚ ਏਅਰ ਇਨ ਐਂਡ ਆਊਟ ਲਿਆਉਂਦੀਆਂ ਹਨ। ਇਹ ਟਿਊਬਸ ਨੂੰ ਹਾਈਲੀ ਸੈਂਸਿਟਿਵ ਬਣਾ ਦਿੰਦੀਆਂ ਹਨ, ਇਸ ਲਈ ਉਹ ਟੈਂਪਰੇਰੀਲੀ ਤੌਰ 'ਤੇ ਨੈਰੋ ਹੋ ਜਾਂਦੀਆਂ ਹਨ। ਇਹ ਰੈਂਡਮਲੀ ਔਰ ਐਕਸਪਲੋਜ਼ਰ ਤੋਂ ਬਾਅਦ ਹੋ ਸਕਦੀ ਹੈ। ਕਾਮਨ ਅਸਥਮਾ ਟ੍ਰਿਗਰ ਇਨਕਲੂਡ ਹਨ ਐਲਰਜੀ ਟੂ ਹਾਊਸ ਡਸਟ ਮਾਈਟਸ, ਐਨੀਮਲ ਫਰ, ਪੋਲਨ ਫॉर ਐਗਜ਼ਾਮਪਲ ਜਿਹੜੀਆਂ ਆ ਜਾਂਦੀਆਂ ਨੇ, ਸਮੋਕ, ਪੋਲਿਊਸ਼ਨ ਐਂਡ ਕੋਲਡ ਏਅਰ, ਐਕਸਰਸਾਈਜ਼, ਇਨਫੈਕਸ਼ਨ ਲਾਈਕ ਕੋਲਡ ਔਰ ਫਲੂ। ਸਿੰਪਟਮਸ ਕਈ ਵਾਰ ਟੈਂਪਰੇਰੀਲੀ ਵਰਸ ਹੋ ਸਕਦੇ ਹਨ। ਇਸ ਨੂੰ ਅਸਥਮਾ ਅਟੈਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਮੇਨ ਸਿੰਪਟਮ ਆਫ ਅਸਥਮਾ ਆਰ ਵਿਜ਼ਲਿੰਗ, ਜਿਵੇਂ ਇਹ ਵਿਜ਼ਲਿੰਗ ਸਾਊਂਡ ਵੈਨ ਬਰੀਥਿੰਗ, ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਵਿਸਲ ਜੀ ਇੱਕ ਵੱਜਦੀ ਹੈ। ਸੈਕਿੰਡ ਬ੍ਰੈਥਲੈਸਨੈਸ। ਥਰਡ ਇੱਕ ਟਾਈਟ ਚੈਸਟ ਜਿਸ ਨਾਲ ਫੀਲ ਕਰ ਸਕਦੇ ਹਨ ਇੱਕ ਬੈਂਡ ਇਸ ਦੇ ਅਰਾਊਂਡ ਟਾਈਟ ਹੋ ਗਿਆ ਹੋਵੇ, ਅਤੇ ਕਫਿੰਗ। ਇਹਦੇ ਕਾਜ਼ ਆ ਗਏ ਜੀ ਅਸਥਮਾ ਇਨਵਾਇਰਮੈਂਟਲ ਐਂਡ ਜੈਨੇਟਿਕ ਫੈਕਟਰ ਦੇ ਕੰਬੀਨੇਸ਼ਨ ਕਾਰਨ ਹੁੰਦਾ ਹੈ।
ਵੇਰੀਅਸ ਇਰੀਟੈਂਟ ਐਂਡ ਸਬਸਟਾਂਸ ਦਾ ਐਕਸਪੋਜ਼ਰ ਜੋ ਅਲਰਜੀ ਨੂੰ ਟ੍ਰਿਗਰਡ ਕਰਦੇ ਹਨ। ਅਸਥਮਾ ਦੇ ਸਿੰਪਟਮ ਐਂਡ ਸਾਈਨਸ ਨੂੰ ਟ੍ਰਿਗਰ ਕਰ ਸਕਦੇ ਹਨ। ਅਸਥਮਾ ਦੇ ਟ੍ਰਿਗਰਸ ਪਰਸਨ ਟੂ ਪਰਸਨ ਡਿਫਰੈਂਟ ਹੁੰਦੇ ਹਨ ਅਤੇ ਇਹ ਇਨਕਲੂਡ ਹੋ ਸਕਦੇ ਹਨ। ਪਹਿਲਾ, ਏਅਰਬੋਰਨ ਸਬਸਟਾਂਸ ਜਿਵੇਂ ਪੂਲਨ, ਬੂਰ ਜਿਹਨੂੰ ਕਹਿ ਦਿੰਦੇ ਹਾਂ, ਡਸਟ ਮਾਈਟਸ, ਮੋਲਡ ਸਪੋਰਸ, ਪੈਟ ਡੈਂਡਰਸ ਔਰ ਪਾਰਟੀਕਲਸ ਆਫ ਕਾਕਰੇਜਸ ਵੇਸਟ। ਸੈਕਿੰਡ, ਰਿਸਪੀਰੇਟਰੀ ਇਨਫੈਕਸ਼ਨਸ ਜਿਵੇਂ ਕਾਮਨ ਕੋਲਡ ਹੋ ਗਿਆ। ਥਰਡ, ਫਿਜ਼ੀਕਲ ਐਕਟੀਵਿਟੀ। ਫੋਰਥ, ਕੋਲਡ ਏਅਰ। ਫਿਫਥ, ਏਅਰ ਪੋਲਿਊਟੈਂਟ ਐਂਡ ਇਰੀਟੈਂਟਸ ਸਚ ਐਜ਼ ਸਮੋਕ। ਨੰਬਰ 6, ਕੁਝ ਮੈਡੀਕੇਸ਼ਨਸ ਜਿਸ ਵਿੱਚ ਬੀਟਾ ਬਲੋਕਰਸ, ਐਸਪਰੀਨਸ, ਬਰੂਫਿਨ ਤੇ ਔਰ ਨੈਪਰੋਕਸਿਨ। ਨੰਬਰ 7, ਸਟਰੋਂਗ ਇਮੋਸ਼ਨਸ ਐਂਡ ਸਟ੍ਰੈਸ। ਨੰਬਰ 8, ਸਲਫਾइड्स एंड प्रिजर्वेटिव्स ने कुछ टाइप ऑफ फूड्स एंड बेवरेजेस इंक्लूडिंग श्रिम्प, ड्राइड फ्रूट, प्रोसेस पोटैटो, बीयर एंड वाइन शामिल हैं। नंबर 9, ਗੈਸਟਰੋਸੋਫਲੇਜ ਰਿਫਲੈਕਸ ਡਿਜ਼ੀਜ਼, ਇੱਕ ਅਜਿਹੀ ਕੰਡੀਸ਼ਨ ਜਿਸ ਵਿੱਚ ਸਟਮਕ ਐਸਿਡ ਤੁਹਾਡੇ ਥਰੋਟ ਵਿੱਚ ਵਾਪਸ ਆ ਜਾਂਦਾ ਹੈ। ਰਿਸਕ ਫੈਕਟਰ, ਅਸਥਮਾ ਦੇ ਡਿਵੈਲਪਮੈਂਟ ਦੀਆਂ ਚਾਂਸਿਸ ਨੂੰ ਇਨਕਰੀਜ਼ ਕਰਨ ਲਈ ਬਹੁਤ ਸਾਰੇ ਫੈਕਟਰ ਸੋਚੇ ਜਾਂਦੇ ਹਨ। ਇਹਨਾਂ ਵਿੱਚ ਇਨਕਲੂਡ ਹਨ, ਪਹਿਲਾ, ਅਸਥਮਾ ਦੇ ਨਾਲ ਬਲੱਡ ਰਿਲੇਟਿਵ ਜਿਵੇਂ ਪੇਰੈਂਟਸ, ਸਿਬਲਿੰਗਸ ਦਾ ਹੋਣਾ। ਸੈਕਿੰਡ, ਅਲਰਜਿਕ ਇੱਕ ਹੋਰ ਕੰਡੀਸ਼ਨ ਹੋਣੀ ਜਿੱਥੇ ਵਿੱਚ ਐਟੋਪਿਕ ਡਰਮੇਟਾਈਟਸ ਔਰ ਅਲਰਜੀ ਰਿੰਟਸ, ਹੇ ਫੀਵਰ ਜਿਹਨੂੰ ਕਹਿ ਦਿੰਦੇ ਹਾਂ। ਥਰਡ ਹੈਗਾ ਜੀ ਓਵਰਵੇਟ ਹੋਣਾ।